जी वाहिगुरू जी का खालसा श्री वाहिगुरू जी की फतेह। तो अज आप पहुंचे हैं जी पिंड सैदे वाला, तहसील बुढ़लाडा, डिस्ट्रिक्ट मानसा। तो इत्थे सुशोभित ने तीजे पातशाह श्री गुरु अमरदास जी के जोड़ा साहिब। इत्थे जो जोड़ा साहिब सुशोभित ने उसके केवल स्पर्श नाल ही, छूहण नाल ही, मतलब जिमें बहुत बड़े रोगों तो है जो वो राहत मिलती है। जिमें कि आ गया हजीरे वाला रोग हो गया, तो कुत्ते के कट्टण वाले नूं जिन्हों हल्का वगैरह हो जाता है, तो पागलपन होंदा जिहड़ा झल्ला हो गया जिमें, ठीक है, वो रोग सिर्फ स्पर्श करने नाल ही जोड़ा साहिब दे टुटदे ने। ते चलो तुहानूं इतिहास बारे दसदे हां सारे बारे, ते अंदरों तुहानूं दर्शन करवाने आ जोड़ा साहिब दे भी ते श्री गुरु ग्रंथ साहिब जी दी। चलो। वाहिगुरू जी का खालसा वाहिगुरू जी की फतेह। तो गुरु प्यारी साध संगत जी, मैं ज्ञानी जरनैल सिंह हैड ग्रंथी गुरुद्वारा पान साहब सच्ची मंजी नगर सैदेवाला तहसील बुढ़लाडा जिला मानसा तो आप गुरु कीਆਂ सिख संगतां ਦੇ ਨਾਲ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਜਿਹੜੀਆਂ ਸਿੱਖ ਵਿਚਾਰਾਂ ਸਾਂਝੀਆਂ ਕਰ ਰਹੇ ਹਾਂ ਕਿ ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੇ ਚਰਨਾਂ ਦਾ ਜੋੜਾ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਮੌਜੂਦ ਹੈ। ਸੋ ਇਹ ਜੋੜਾ ਸਾਹਿਬ ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੇ ਪ੍ਰਚਾਰਕਾਂ ਵਿੱਚੋਂ ਇੱਕ ਪ੍ਰਚਾਰਕ ਬ੍ਰਹਮ ਗਿਆਨੀ ਬਾਬਾ ਸੱਚਨ ਸੱਚ ਜੀ, ਜਿਨ੍ਹਾਂ ਨੇ ਕਿ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ 12 ਸਾਲ ਗੋਇੰਦਵਾਲ ਦੀ ਨਗਰੀ ਵਿੱਚ ਰਹਿ ਕਰਕੇ ਸੇਵਾ ਕੀਤੀ ਹੈ। ਸਤਿਗੁਰੂ ਜੀ ਮਹਾਰਾਜ ਦੇ ਚਰਨਾਂ ਵਿੱਚ ਰਹਿੰਦਿਆਂ ਹੋਇਆਂ ਸਤ ਵਚਨ ਦੇ ਅਧਿਕਾਰੀ ਹੋ ਕਰਕੇ ਅਤੇ ਸਦਾ ਸੱਚ ਬੋਲ ਕਰਕੇ ਗੁਰੂ ਕੇ ਲੰਗਰਾਂ ਦੀ ਸੇਵਾ ਕਰਦੇ ਹੈ। ਜੰਗਲ ਵਿੱਚੋਂ ਲੱਕੜਾਂ ਕੱਟਣ ਵਾਸਤੇ ਜਾਂਦੇ ਹੈ, ਲੱਕੜਾਂ ਕੱਟ ਕੇ ਲਿਆਉਂਦੇ ਹੈ, ਲੰਗਰ ਤਿਆਰ ਕਰਵਾਉਂਦੇ ਹੈ, ਸਾਰੀ ਦਿਹਾੜੀ ਗੁਰੂ ਕੇ ਲੰਗਰਾਂ ਦੇ ਵਰਤਾਰਾ ਕਰਦੇ ਹੈ ਅਤੇ ਗੁਰੂ ਕੇ ਬਰਤਨ ਜਿਹੜੇ ਲੰਗਰ ਦੇ ਬਰਤਨ ਜਿਹੜੇ ਉਹ ਸਾਫ਼ ਕਰਦੇ ਹੈ। ਸਤਿਗੁਰੂ ਜੀ ਮਹਾਰਾਜ ਨੇ ਇਹਨਾਂ ਉੱਤੇ ਰਹਿਮਤਾਂ ਕਰਦਿਆਂ ਹੋਇਆਂ, ਕਿਰਪਾ ਕਰਦਿਆਂ ਹੋਇਆਂ ਜਦੋਂ 12 ਸਾਲ ਦੀ ਸੇਵਾ ਪੂਰੀ ਹੋਈ ਤੇ ਸਤਿਗੁਰੂ ਜੀ ਮਹਾਰਾਜ ਨੇ ਰਾਜੇ ਦੀ ਰਾਣੀ ਦਾ ਇੱਕ ਕੌਤਕ ਵਰਤਾ ਕਰਕੇ ਕਿ ਹਰੀਪੁਰ ਦਾ ਰਾਜਾ ਜਿਹੜਾ ਹਰੀ ਸੈਨ ਉਹ ਆਪਣੀਆਂ ਰਾਣੀਆਂ ਸਮੇਤ ਸਤਿਗੁਰਾਂ ਦੇ ਦਰਬਾਰ ਵਿੱਚ ਦਰਸ਼ਨ ਦਿਦਾਰੇ ਕਰਨ ਵਾਸਤੇ ਆਇਆ। ਜਦੋਂ ਦਰਸ਼ਨ ਕਰਨ ਵਾਸਤੇ ਆਇਆ ਤੇ ਸਤਿਗੁਰਾਂ ਨੇ ਆਪਣੇ ਸਿੱਖਾਂ ਨੂੰ ਕਹਿ ਕਰਕੇ ਸਾਰਿਆਂ ਨੂੰ ਗੁਰੂ ਮਰਜ਼ਾਦਾ ਜਿਹੜੀ ਦੱਸਣਾ ਕੀਤੀ, ਪਰ ਸਤਿਗੁਰਾਂ ਦੇ ਦਰਬਾਰ ਵਿੱਚ ਆ ਕਰਕੇ ਰਾਜੇ ਦੀ 7ਵੀਂ ਸੱਜ ਵਿਆਹੀ ਰਾਣੀ ਨੇ ਸ਼ਰਮ ਮਹਿਸੂਸ ਕਰਦਿਆਂ ਹੋਇਆਂ ਪੱਲਾ ਕਰ ਲਿਆ ਜਾਂ ਘੁੰਡ ਕੱਢ ਲਿਆ। ਤੇ ਸਤਿਗੁਰਾਂ ਦੇ ਦਰਬਾਰ ਵਿੱਚ ਜਦੋਂ ਘੁੰਡ ਕੱਢਿਆ ਜਾਂ ਪੱਲਾ ਕੀਤਾ ਤੇ ਸਤਿਗੁਰਾਂ ਨੇ ਸੁਭਾਵਿਕ ਵਚਨ ਛੱਡ ਦਿੱਤਾ ਕਿ ਭਾਈ ਗੁਰਸਿੱਖੋ, ਇਸ ਝੱਲੀ ਨੂੰ ਤੁਸਾਂ ਨੇ ਦੱਸਿਆ ਨਹੀਂ ਕਿ ਗੁਰੂ ਦਰਬਾਰ ਵਿੱਚ ਕਿੱਦਾਂ ਆਈਦਾ ਹੈ, ਜਾਂ ਇਹਨੂੰ ਗੁਰੂ ਦੀਆਂ ਸਿੱਖ ਸੰਗਤਾਂ ਚੰਗੀਆਂ ਨਹੀਂ ਲੱਗੀਆਂ। ਬਸ ਸਾਧ ਬਚਨ ਅਟਲਾਦਾ, ਜੋ ਸਤਿਗੁਰਾਂ ਨੇ ਸੁੱਤੇ ਸੁਭਾਅ ਬਚਨ ਕਿਹਾ, ਇਹ ਰਾਣੀ ਜਿਹੜੀ ਝੱਲੀ ਹੋ ਗਈ, ਚੀਕਾਂ ਮਾਰਦੀ ਹੋਈ, ਕੱਪੜੇ ਫਾੜਦੀ ਹੋਈ ਜੰਗਲਾਂ ਨੂੰ ਦੌੜ ਗਈ। ਬੜਾ ਸਾਰਾ ਰਾਜੇ ਵੱਲੋਂ ਲੱਭਿਆ ਗਿਆ, 2-4 ਦਿਨ ਬੜੀ ਸਾਰੀ ਕੋਸ਼ਿਸ਼ ਕੀਤੀ, ਪਰ ਇਹ ਰਾਣੀ ਨਹੀਂ ਲੱਭੀ, ਕਿਸੇ ਪਾਸੇ ਨੂੰ ਮੂੰਹ ਕਰ ਗਈ। ਰਾਜਾ 4-5 ਦਿਨ ਰਹਿ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਤੇ ਸਤਿਗੁਰਾਂ ਤੋਂ ਵਿਦਾਇਗੀ ਲੈ ਕਰਕੇ ਚਲਿਆ ਗਿਆ ਕਿ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੇ ਮਿਲ ਜਾਏ ਤੇ ਤੁਸੀਂ ਆਪਣੇ ਦਰਬਾਰ ਵਿੱਚ ਰੱਖਣਾ। ਹੁਣ ਰਾਜਾ ਆਪਣੇ ਦੇਸ਼ ਨੂੰ ਚਲਿਆ ਗਿਆ। ਇਸ ਤੋਂ ਬਾਅਦ ਬਾਬਾ ਸੱਚਨ ਸੱਚ ਜੀ ਜੰਗਲ ਵਿੱਚੋਂ ਲੱਕੜਾਂ ਲੈਣ ਵਾਸਤੇ ਜਾਂਦੇ ਹੈ। ਸਮਾਂ ਆਪਣੀ ਚਾਲ ਚੱਲਦਾ ਗਿਆ, ਕੁਝ ਸਮਾਂ ਬਤੀਤ ਹੋਇਆ, ਇਹ ਰਾਣੀ ਇਸ ਪਾਸੇ ਵੱਲ ਆਈ ਜਿੱਧਰ ਕਿ ਬਾਬਾ ਸੱਚਨ ਸੱਚ ਜੀ ਲੱਕੜਾਂ ਲੈਣ ਵਾਸਤੇ ਜਾਂਦੇ ਸੀ। ਇਹ ਰਾਣੀ ਹੁਣ ਬਾਬਾ ਸੱਚਨ ਸੱਚ ਜੀ ਦੇ ਗਲ ਪੈ ਜਾਂਦੀ ਹੈ। ਇੱਕ ਦਿਨ ਇਸ ਨੇ ਇਤਨਾ ਆਪਣਾ ਹੱਲਾ ਬੋਲਿਆ ਕਿ ਬਾਬਾ ਸੱਚਨ ਸੱਚ ਜੀ ਦੇ ਕੱਪੜੇ ਫਾੜ ਦਿੱਤੇ, ਆਪਣੇ ਹੱਥਾਂ ਦੀਆਂ ਨੌਂਦਰਾਂ ਮਾਰਨਾ ਕੀਤੀਆਂ, ਜਿਹੜਾ ਕਿ ਬਾਬਾ ਸੱਚਨ ਸੱਚ ਜੀ ਨੇ ਬੜੀ ਮੁਸ਼ਕਲ ਦੇ ਨਾਲ ਆਪਣੇ ਆਪ ਨੂੰ ਇਹਦੇ ਤੋਂ ਛੁਡਵਾਇਆ ਅਤੇ ਫਿਰ ਥੋੜ੍ਹੀਆਂ ਲੱਕੜਾਂ ਲੈ ਕਰਕੇ ਗੁਰੂ ਦਰਬਾਰ ਵਿੱਚ ਪਹੁੰਚਿਆ। ਜਦੋਂ ਹੁਣ ਬਾਬਾ ਸੱਚਨ ਸੱਚ ਜੀ ਗੁਰੂ ਦਰਬਾਰ ਵਿੱਚ ਪਹੁੰਚੇ, ਸਿੱਖਾਂ ਨੇ ਦੇਖਿਆ ਤੇ ਸਿੱਖਾਂ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਸਤਿਗੁਰੂ, ਅੱਜ ਜਿਹੜਾ ਉਹ ਭੂਰੀ ਵਾਲਾ ਬਾਬਾ ਹੈ, ਪਤਾ ਨਹੀਂ ਕਿਹਦੇ ਨਾਲ ਝਗੜਾ ਕਰਕੇ ਆਇਆ, ਉਹਦੇ ਸਰੀਰ ਵਿੱਚੋਂ ਖੂਨ ਵੀ ਸਿਮਰਿਆ ਤੇ ਕੱਪੜੇ ਵੀ ਪਾਟੇ ਹੋਏ ਹੈ। ਜਦੋਂ ਸਤਿਗੁਰਾਂ ਅੱਗੇ ਦੱਸਿਆ ਸਿੱਖਾਂ ਨੇ ਤੇ ਸਤਿਗੁਰਾਂ ਨੇ ਆਪਣੇ ਪਾਸ ਬੁਲਾ ਕਰਕੇ ਪੁੱਛਿਆ, ਕਹਿਣ ਲੱਗੇ ਕਿ ਬਾਬਾ ਸੱਚਨ ਸੱਚ ਜੀ, ਇਹ ਕੀ ਕਾਰਨ ਹੈ? ਤੇ ਬਾਬਾ ਸੱਚਨ ਸੱਚ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਕਹਿਣ ਲੱਗੇ ਸਤਿਗੁਰੂ, ਜਿਸ ਪਾਸੇ ਵੱਲ ਮੈਂ ਲੱਕੜਾਂ ਲੈਣ ਵਾਸਤੇ ਜਾਂਦਾ, ਪਤਾ ਨਹੀਂ ਉਸ ਪਾਸੇ ਵੱਲ ਕੀ ਬਲਾ ਹੈ, ਚੜੇਲ ਹੈ, ਜਿਹਨੇ ਕਿ ਅੱਜ ਮੈਨੂੰ ਮਾਰ ਦੇਣਾ ਸੀ। ਕੋਈ ਬੰਦਾ ਵੀ ਉੱਥੇ ਲਾਗੇ ਛਡਾਉਣ ਵਾਲਾ ਨਹੀਂ ਸੀ। ਬੜੀ ਮੁਸ਼ਕਲ ਦੇ ਨਾਲ ਮੈਂ ਆਪਾ ਛਡਾ ਕਰਕੇ ਕਿ ਥੋੜ੍ਹੀਆਂ ਲੱਕੜਾਂ ਲੈ ਕੇ ਅੱਜ ਆਇਆ, ਸੇਵਾ ਵਿੱਚ ਬੜਾ ਵਿਘਨ ਪਾਇਆ ਹੈ।
ਤੇ ਕੱਲ ਮੈਂ ਉਸ ਪਾਸੇ ਵੱਲ ਨਹੀਂ ਜਾਵਾਂਗਾ, ਹੋਰ ਕਿਸੇ ਪਾਸੇ ਤੋਂ ਲੱਕੜਾਂ ਲੈ ਕਰਕੇ ਆਵਾਂਗਾ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਮੁਸਕਰਾ ਪਏ ਤੇ ਕਹਿਣ ਲੱਗੇ, ਬਾਬਾ ਸੱਚਨ ਸਾਜੇ, ਉਹ ਕੋਈ ਚੜੇਲ ਨਹੀਂ, ਉਹ ਕੋਈ ਡੈਣ ਨਹੀਂ, ਉਹ ਤੇ ਰਾਜੇ ਦੀ ਰਾਣੀ ਹੈ, ਜਿਹਨੇ ਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰ ਦਾ ਹੁਕਮ ਨਹੀਂ ਮੰਨਿਆ। ਹੁਕਮ ਨਾ ਮੰਨਣ ਕਰਕੇ ਉਸ ਨੂੰ ਦੁਖਾਂਤ ਭੋਗਣਾ ਪਿਆ ਹੈ। ਤੇ ਕੱਲ ਜਦੋਂ ਤੁਸੀਂ ਜਾਓਗੇ ਤੇ ਸਾਨੂੰ ਮਿਲ ਕਰਕੇ ਜਾਣਾ। ਅਗਲੀ ਸਵੇਰ ਜਦੋਂ ਬਾਬਾ ਸੱਚਨ ਸਾਜੀ ਜਾਣ ਲੱਗੇ, ਸਤਿਗੁਰਾਂ ਦੇ ਚਰਨਾਂ ਵਿੱਚ ਜਾ ਕੇ ਨਮਸਕਾਰ ਕੀਤੀ, ਬੇਨਤੀ ਕੀਤੇ, ਤੇ ਸਤਿਗੁਰਾਂ ਨੇ ਉਸ ਵਕਤ ਆਪਣੇ ਚਰਨਾਂ ਦੇ ਜੋੜਾ ਸਾਹਿਬ ਦੇਣਾ ਕੀਤੇ। ਕਹਿਣ ਲੱਗੇ, ਬਾਬਾ ਸੱਚਨ ਸਾਜੇ, ਜਦੋਂ ਆਏਗੀ ਉਹਦੇ ਤਨ ਦੇ ਨਾਲ ਸੁਹਾ ਦਿਓ, ਸਤਿਗੁਰਾਂ ਦੀ ਰਹਿਮਤ ਹੋ ਜਾਏਗੀ, ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰਨਗੇ। ਬਾਬਾ ਸੱਚਨ ਸਾਜੇ ਸਤਿਗੁਰਾਂ ਦਾ ਜੋੜਾ ਸਾਹਿਬ ਚਾਦਰੇ ਵਿੱਚ ਵਲੇਟ ਕਰਕੇ ਲੈ ਗਏ। ਜਿਸ ਜਗ੍ਹਾ ਤੇ ਜਾ ਕੇ ਲੱਕੜਾਂ ਇਕੱਠੀਆਂ ਕਰਦੇ ਹੈ, ਇੱਕ ਦਰਖਤ ਦੇ ਦੁਸਾਂਗ ਦੇ ਵਿੱਚ ਜੋੜਾ ਸਾਹਿਬ ਰੱਖ ਕੇ ਤੇ ਲੱਕੜਾਂ ਇਕੱਠੀਆਂ ਕਰਨ ਲੱਗ ਗਏ। ਹੁਣ ਕੱਲ ਦੀ ਤਰ੍ਹਾਂ ਇਹ ਰਾਣੀ ਫੇਰ ਰੌਲਾ ਪਾਉਂਦੀ ਹੋਈ, ਛਾਲਾਂ ਮਾਰਦੀ ਹੋਈ, ਚੀਕਾਂ ਮਾਰਦੀ ਹੋਈ ਬਾਬਾ ਜੀ ਵੱਲੇ ਆਏ। ਜਦੋਂ ਆ ਕੇ ਗੱਲ ਪੈਣ ਲੱਗੇ ਤੇ ਬਾਬਾ ਸੱਚਨ ਸਾਜੀ ਨੇ ਸਤਿਗੁਰਾਂ ਦੇ ਜੋੜਾ ਸਾਹਿਬ ਲੈ ਕੇ ਇਹਦੇ ਤਨ ਦੇ ਨਾਲ ਸੁਹਾਣਾ ਕੀਤੇ। ਜਦੋਂ ਇਹਦੇ ਤਨ ਦੇ ਨਾਲ ਸੁਹਾਏ ਤੇ ਸਤਿਗੁਰਾਂ ਦੀ ਕਿਰਪਾ ਹੋ ਗਈ। ਇਹ ਰਾਣੀ ਸ਼ੁੱਧ ਬੁੱਧ ਆ ਗਈ, ਪਿੱਛਾ ਕਰਕੇ ਬੈਠ ਗਈ, ਕਿਉਂਕਿ ਤਨ ਤੇ ਕੋਈ ਕੱਪੜਾ ਨਹੀਂ ਸੀ ਰਿਹਾ। ਪਾਗਲ ਹੋਣ ਕਰਕੇ ਆਪਣੇ ਤਨ ਦੇ ਕੱਪੜੇ ਵੀ ਸਾਰੇ ਫਾੜ ਚੁੱਕੀ ਸੀ। ਬਾਬਾ ਸੱਚਨ ਸਾਜੀ ਨੇ ਆਪਣੇ ਮੋਢੇ ਵਾਲਾ ਚਾਦਰਾ ਜਿਹੜਾ ਦੇਖ ਕੇ ਦਾ ਤਨ ਢਕਾਣਾ ਕੀਤਾ। ਤੇ ਜਦੋਂ ਤਨ ਢਕਾਇਆ ਤੇ ਬਾਬਾ ਸੱਚਨ ਸਾਜੀ ਲੱਕੜਾਂ ਲੈ ਕੇ ਆਉਣ ਲੱਗਦੇ ਆ ਸਤਿਗੁਰਾਂ ਦੇ ਘਰ ਵੱਲੇ। ਤੇ ਇਹ ਰਾਣੀ ਉੱਠ ਕੇ ਅੱਗੇ ਹੁੰਦੀ ਹੈ ਤੇ ਬੇਨਤੀ ਕਰਦੀ ਹੈ, ਕਹਿੰਦੀ, ਗੁਰੂ ਕੇ ਸਿੱਖਾਂ, ਜਿੱਥੇ ਮੇਰੇ ਉੱਤੇ ਇਤਨਾ ਵੱਡਾ ਪਰਉਪਕਾਰ ਕੀਤਾ ਈ, ਮੈਨੂੰ ਇਸ ਦੁਖਾਂਤ ਵਿੱਚੋਂ ਕਢਾਣਾ ਕੀਤਾ ਈ, ਉੱਥੇ ਇੱਕ ਕਿਰਪਾ ਹੋਰ ਕਰ ਕਿ ਮੈਨੂੰ ਆਪਣੇ ਨਾਲ ਲੈ ਚੱਲ। ਮੈਂ ਜਾ ਕੇ ਸਤਿਗੁਰਾਂ ਤੋਂ ਆਪਣੀ ਭੁੱਲ ਦੀ ਮੁਆਫੀ ਮੰਗ ਲਵਾਂ, ਕਿਤੇ ਮੈਂ ਵੱਡੇ ਦੁਖਾਂਤ ਵਿੱਚ ਨਾ ਪਵਾਂ। ਇਹ ਰਾਣੀ ਲੱਕੜਾਂ ਚੁੱਕ ਕੇ ਬਾਬਾ ਜੀ ਦੇ ਪਿੱਛੇ ਪਿੱਛੇ ਗੁਰੂ ਦਰਬਾਰ ਵਿੱਚ ਪਹੁੰਚਣਾ ਕੀਤਾ। ਸਤਿਗੁਰਾਂ ਨੇ ਇਹ ਕੌਤਕ ਰਚਿਆ ਸੀ। ਸਿੰਘਾਸਨ ਤੋਂ ਉੱਠੇ ਤੇ ਅੱਗੋਂ ਦੀ ਹੋ ਕੇ ਸਤਿਗੁਰਾਂ ਨੇ ਕਹਿ ਦਿੱਤਾ, ਬਾਬਾ ਸੱਚਨ ਸਾਜੇ, ਬੜੀ ਸੋਹਣੀ ਜੋੜੀ ਫੱਬੀ ਹੈ। ਤੇ ਬਾਬਾ ਸੱਚਨ ਸਾਜੀ ਕਹਿਣ ਲੱਗੇ, ਸਤਿਗੁਰੂ, ਮੈਂ ਤੇ ਪਹਿਲੋਂ ਹੀ ਸ਼ਾਦੀशुदा ਆਪ ਜੀ ਦੇ ਚਰਨਾਂ ਵਿੱਚ ਸੇਵਾ ਕਰਨ ਵਾਸਤੇ ਆਇਆ ਸਾਂ। ਜੇ ਹੁਣ ਇਤਨੇ ਚਿਰ ਬਾਅਦ ਇਹਨੂੰ ਨਾਲ ਲੈ ਕੇ ਗਿਆ ਘਰ ਵਿੱਚ ਤੇ ਮੇਰੀ ਪਹਿਲੀ ਪਤਨੀ ਕਹੇਗੀ, ਸਿੱਖਣੀ ਕਹੇਗੀ ਕਿ ਭਲਿਆ ਮਾਨਸਾ, ਗਿਆ ਤੇ ਤੂੰ ਸੇਵਾ ਕਰਨ ਵਾਸਤੇ ਸੀ, ਇਹ ਕੀ ਬਲਾ ਪਿੱਛੇ ਲਾ ਕੇ ਲੈ ਆਏ, ਘਰ ਦੇ ਵਿੱਚ ਬੜਾ ਕਲੇਸ਼ ਹੋਏਗਾ। ਸਤਿਗੁਰੂ ਜੀ ਮਹਾਰਾਜ ਕਹਿਣ ਲੱਗੇ, ਬਾਬਾ ਸੱਚਨ ਸਾਜੇ, ਘਰ ਦੇ ਵਿੱਚ ਕੋਈ ਕਲੇਸ਼ ਨਹੀਂ ਹੋਏਗਾ। ਇਹ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰ ਦਾ ਹੁਕਮ ਹੈ, ਇਹਨੂੰ ਪ੍ਰਵਾਨ ਕਰੋ। ਸਤਿਗੁਰਾਂ ਦਾ ਪਵਿੱਤਰ ਗੁਰਬਾਣੀ ਦਾ ਫਰਮਾਨ ਹੈ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਦਰਗਹਿ ਕਾ ਮੈਲ ਪਾਏ ਸੀ। ਜਿਹੜੇ ਗੁਰੂ ਦਰਬਾਰ ਦੇ ਹੁਕਮ ਨੂੰ ਪ੍ਰਵਾਨ ਕਰਦੇ ਆ, ਉਹ ਸਦਾ ਗੁਰੂ ਦਰਬਾਰ ਦੇ ਹੁਕਮ ਨੂੰ ਪ੍ਰਵਾਨ ਕਰਦੇ ਆ, ਉਹ ਸਦਾ ਸੁਖੀ ਵਸਦੇ ਆ। ਸਤਿਗੁਰਾਂ ਨੇ ਆਪਣੇ ਚਰਨਾਂ ਦੇ ਦੋਨੋਂ ਜੋੜਾ ਸਾਹਿਬ ਬਖਸ਼ਿਸ਼ ਕਰਕੇ ਇਹ ਰਾਣੀ ਲੜ ਲਗਾ ਕਰਕੇ ਤੇ ਬੇਅੰਤ ਵਰ ਦੇ ਕਰਕੇ ਸਤਿਗੁਰਾਂ ਨੇ ਕਿਹਾ, ਬਾਬਾ ਸੱਚਨ ਸਾਜੇ, ਤੁਹਾਡੀ ਘਾਲ ਕਮਾਈ ਥਾਏ ਪਈ ਹੈ, ਤੁਹਾਡੀ ਸੇਵਾ ਸੰਪੂਰਨ ਹੋ ਗਈ। ਇਹ ਤੁਹਾਨੂੰ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰ ਵਿੱਚੋਂ ਬਖਸ਼ਾਂ ਮਿਲੀਆਂ। ਆਪਣੀ ਨਗਰੀ ਵਿੱਚ ਜਾਓ, ਬੜੇ ਬੜੇ ਦੁਖੀ ਲੋਕ ਤੁਹਾਡੇ ਪਾਸ ਆਇਆ ਕਰਨਗੇ, ਉਹਨਾਂ ਦੇ ਤਨ ਦੇ ਨਾਲ ਛੁਹਾਇਓ, ਉਹ ਦੁੱਖਾਂ ਤੋਂ ਰਹਿਤ ਹੋ ਜਾਣਗੇ ਤੇ ਸੁੱਖਾਂ ਦੀ ਪ੍ਰਾਪਤੀ ਹੋ ਜਾਏਗੀ। ਤੇ ਨਾਲ ਤੁਸਾਂ ਨੇ ਆਈਆਂ ਹੋਈਆਂ ਸੰਗਤਾਂ ਦੀ ਪ੍ਰਸ਼ਾਦੇ ਪਾਣੀ ਦੀ ਸੇਵਾ ਕਰਨੀ ਹੈ ਤੇ ਆਪਣੇ ਪਰਿਵਾਰ ਦਾ ਵੀ ਜੀਵਨ ਨਿਰਵਾਹ ਕਰਨਾ ਹੈ। ਧਰਮਸ਼ਾਲ ਬਣਾ ਕੇ ਸੁਬਾਹ ਤੇ ਸ਼ਾਮ ਸਤਨਾਮ ਦਾ ਕੀਰਤਨ ਕਰਨਾ ਹੈ। ਇਸ ਤਰ੍ਹਾਂ ਸਾਡੇ ਵੱਡਿਆਂ ਨੇ ਜੋੜਾ ਸਾਹਿਬ ਪ੍ਰਾਪਤ ਕੀਤਾ, ਆਪਣੀ ਨਗਰੀ ਵਿੱਚ ਆਏ। ਤੇ ਜਦੋਂ 1947 ਦਾ ਬਟਵਾਰਾ ਹੋਇਆ, ਉਸ ਤੋਂ ਬਾਅਦ ਸਾਡੇ ਵਡੇਰੇ, ਸਾਡੇ ਬਜ਼ੁਰਗ ਉਸ ਰੌਲੇ ਤੋਂ ਬਾਅਦ ਇੱਧਰ ਚੱਲ ਕੇ ਕੰਪਾਂ ਵਿੱਚ ਆਏ ਤੇ ਇਸ ਨਗਰੀ ਦੇ ਵਿੱਚ ਪਿੰਡ ਸੈਦੇਵਾਲਾ ਵਿਖੇ ਸਾਡੇ ਪਰਿਵਾਰ ਨੂੰ ਸਰਕਾਰ ਵੱਲੋਂ ਜ਼ਮੀਨਾਂ ਜਿਹੜੀਆਂ ਉਹ ਅਲਾਟਮੈਂਟ ਕਰ ਦਿੱਤੀਆਂ ਗਈਆਂ। ਇਸ ਨਗਰ ਵਿੱਚ ਅਸੀਂ ਬੈਠ ਗਏ। ਆਪ ਗੁਰੂ ਕੀਆਂ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਬਹੁਤ ਸੁੰਦਰ ਗੁਰਦੁਆਰਾ ਸਾਹਿਬ ਦੀ ਇਮਾਰਤ ਬਣਾਈ ਗਈ, ਸਰੋਵਰ ਸਾਹਿਬ ਬਣਾਇਆ ਗਿਆ, ਦੀਵਾਨ ਹਾਲ ਬਣਾਏ ਗਏ, ਦਰਸ਼ਨੀ ਡਿਓੜੀ ਬਣਾਈ ਗਈ, ਲੰਗਰ ਸਥਾਨ ਬਣਾਇਆ ਗਿਆ ਅਤੇ ਸੰਗਤਾਂ ਦੇ ਰਹਿਣ ਵਸੇਬੇ ਵਾਸਤੇ 250 ਦੇ ਕਰੀਬ ਕਮਰੇ ਜਿਹੜੇ ਉਹ ਬਣਾਉਣਾ ਕੀਤੇ। ਤੇ ਬਹੁਤ ਦੂਰ ਦੂਰ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਗੁਰੂ ਕੀਆਂ ਸਿੱਖ ਸੰਗਤਾਂ ਗੁਰਦੁਆਰਾ ਪਾਹਣ ਸਾਹਿਬ ਸੱਚੀ ਮੰਜੀ ਨਗਰ ਸੈਦੇਵਾਲਾ ਵਿਖੇ ਪਹੁੰਚ ਕਰਕੇ ਜਿੱਥੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਨਮਸਤਕ ਸੰਗਤਾਂ ਹੁੰਦੀਆਂ, ਉਸ ਤੋਂ ਬਾਅਦ ਸਤਿਗੁਰਾਂ ਦੇ ਪਵਿੱਤਰ ਜੋੜਾ ਸਾਹਿਬ ਦੇ ਦਰਸ਼ਨ ਦਿਦਾਰੇ ਕਰਕੇ ਆਪਣੇ ਤਨ ਦੇ ਨਾਲ ਸੁਹਾਗ ਕਰਕੇ ਦੁੱਖਾਂ ਤੋਂ ਰਹਿਤ ਹੁੰਦੇ ਤੇ ਸੁੱਖਾਂ ਦੀ ਪ੍ਰਾਪਤੀ ਕਰਦੇ ਹੈ। ਸੋ ਮੈਂ ਆਪ ਸਾਰੀਆਂ ਗੁਰੂ ਕੀਆਂ ਸਿੱਖ ਸੰਗਤਾਂ ਨੂੰ ਬੇਨਤੀ ਕਰਾਂਗਾ ਕਿ ਭਾਈ ਆਓ ਆਪਣਾ ਜੀਵਨ ਸਫਲਾ ਕਰੀਏ। ਵੱਡੇ ਭਾਗਾਂ ਦੇ ਨਾਲ ਸਤਿਗੁਰਾਂ ਦੀਆਂ ਇਹ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ। ਜਿਸ ਜਗ੍ਹਾ ਤੱਕ ਤੁਸੀਂ ਵੀ ਇਹ ਸਰਵਣ ਕਰ ਰਹੇ ਹੋ, ਗੁਰਦੁਆਰਾ ਪਾਹਣ ਸਾਹਿਬ ਸੱਚੀ ਮੰਜੀ ਨਗਰ ਸੈਦੇਵਾਲਾ ਵਿਖੇ ਪਹੁੰਚ ਕਰਕੇ ਸਤਿਗੁਰਾਂ ਦੇ ਜੋੜਾ ਸਾਹਿਬ ਦੇ ਦਰਸ਼ਨ ਦਿਦਾਰੇ ਕਰਕੇ ਦੁੱਖਾਂ ਤੋਂ ਰਹਿਤ ਹੋਈਏ ਤੇ ਸੁੱਖਾਂ ਦੀ ਪ੍ਰਾਪਤੀ ਕਰੀਏ, ਆਪਣੇ ਜੀਵਨ ਨੂੰ ਸਫਲਾ ਕਰੀਏ। ਆਪ ਸਾਰੀਆਂ ਸੰਗਤਾਂ ਨੂੰ
ਇਹ ਬੇਨਤੀ ਹੈ, ਪ੍ਰਵਾਨ ਕਰਿਓ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ